ਗੁਰਸ਼ਰਨ ਸਿੰਘ ਹੋਰਾਂ ਦੀ ਜੀਵਨ ਕਹਾਣੀ ਦੇ ਵਿੱਚੋਂ ਅਣਕਹੀਆਂ ਅਣਸੁਣੀਆਂ ਗੱਲਾਂ ਨੂੰ ਅੱਗੇ ਤੋਰਦੇ ਹਾਂ। ਅਸੀਂ ਉਹਨਾਂ ਦੀ ਜ਼ਿੰਦਗੀ ਦਾ ਇੱਕ ਐਸਾ ਅਧਿਆਇ ਤੁਹਾਡੇ ਨਾਲ ਅੱਜ ਸਾਂਝਾ ਕਰਨ ਜਾ ਰਹੇ ਹਾਂ ਜਿਨ੍ਹਾਂ ਨੇ ਗੁਰਸ਼ਰਨ ਸਿੰਘ ਦੀ ਜ਼ਿੰਦਗੀ ਦੇ ਵਿੱਚ ਇੱਕ ਬਹੁਤ ਵੱਡਾ ਮੋੜ ਲਿਆਂਦਾ। ਬਹੁਤ ਸਾਰੇ ਲੋਕਾਂ ਨੂੰ ਅਜੇ ਵੀ ਇਹ ਸ਼ਾਇਦ ਨਹੀਂ ਪਤਾ ਕਿ ਅੰਮ੍ਰਿਤਸਰ ਜਿਹੜਾ ਗੁਰੂ ਖਾਲਸਾ ਨਿਵਾਸ ਵਾਲਾ ਘਰ ਹੈ ਜਾਂ ਅੰਮ੍ਰਿਤਸਰ ਇਹਨਾਂ ਦਾ ਜੱਦੀ ਸ਼ਹਿਰ ਨਹੀਂ ਸੀ। ਗੁਰਸ਼ਰਨ ਸਿੰਘ ਹੋਰੀ ਬੇਸਿਕਲੀ ਰਾਮਨਗਰ ਗੁਜਰਾਂਵਾਲਾ ਜ਼ਿਲ੍ਹਾ ਜਿਹੜਾ ਅੱਜ ਕੱਲ੍ਹ ਪਾਕਿਸਤਾਨ ਦੇ ਵਿੱਚ ਹੈ ਉੱਥੋਂ ਦਾ ਵਸਨੀਕ ਪਰਿਵਾਰ ਸੀ ਅਤੇ ਇਹਨਾਂ ਦੇ ਦਾਦਾ ਜੀ ਸਰ ਨਰਾਇਣ ਸਿੰਘ ਹੋਰੀ ਇੱਥੇ ਅੰਮ੍ਰਿਤਸਰ ਦੇ ਵਿੱਚ ਜੌਬ ਕਰਦੇ ਸੀ ਖਾਲਸਾ ਸਕੂਲ ਦੇ ਵਿੱਚ, ਅਤੇ ਇਸ ਕਰਕੇ ਇਹਨਾਂ ਦੀ ਰਿਹਾਇਸ਼ ਜਿਹੜੀ ਹੈ ਉਹ ਇੱਥੇ ਹੋਈ। ਅਤੇ ਇਵੇਂ ਹੀ ਇਹਨਾਂ ਦੇ ਪਿਤਾ ਜੀ ਜੋ ਮੁਲਤਾਨ ਦੇ ਵਿੱਚ ਨੌਕਰੀ ਕਰਦੇ ਸੀ, ਹੈਲਥ ਵਿਭਾਗ ਦੇ ਵਿੱਚ ਬੜੀ ਕਲਾਸ 1 ਅਫਸਰ ਦੀ ਨੌਕਰੀ ਸੀਗੀ। ਉਸ ਨੌਕਰੀ ਨੇ ਗੁਰਸ਼ਰਨ ਸਿੰਘ ਹੋਰਾਂ ਦੇ ਪਰਿਵਾਰ ਨੂੰ ਜਿਹੜਾ ਹੈ ਮੁਲਤਾਨ ਲਿਜਾ ਕੇ ਸੈਟਲ ਕਰ ਦਿੱਤਾ। ਇਹਨਾਂ ਦਿਨਾਂ ਦੇ ਵਿੱਚ ਹਿੰਦੁਸਤਾਨ ਅਤੇ ਪਾਕਿਸਤਾਨ ਦੀ ਵੰਡ ਹੋ ਜਾਂਦੀ ਹੈ। ਉਸ ਵੰਡ ਨੇ ਗੁਰਸ਼ਰਨ ਸਿੰਘ ਹੋਰਾਂ ਦੇ ਪਰਿਵਾਰ ਨੂੰ ਮੁਲਤਾਨ ਦੇ ਵਿੱਚੋਂ ਹਿਜਰਤ ਕਰਨ ਲਈ ਮਜਬੂਰ ਕਰ ਦਿੱਤਾ। ਅਜੇ ਵੀ ਪਿਤਾ ਜੀ ਇਹ ਕਹਿੰਦੇ ਸੀ ਤਾਂ ਗਿਆਨ ਸਿੰਘ ਹੋਰੀ ਕਿ ਮੈਂ ਨੌਕਰੀ ਮੁਲਤਾਨ ਦੇ ਵਿੱਚ ਹੀ ਕਰਨੀ ਆ, ਬੜਾ ਵਧੀਆ ਸ਼ਹਿਰ ਹੈ, ਪਰਿਵਾਰ ਦੇ ਵਿੱਚ ਬੱਚੇ ਪੜ੍ਹ ਰਹੇ ਨੇ। ਗੁਰਸ਼ਰਨ ਸਿੰਘ ਹੋਰੀ ਆਪ ਉੱਥੇ ਐਮਰਸਨ ਕਾਲਜ ਦੇ ਵਿੱਚ ਪੜ੍ਹਦੇ ਸੀਗੇ। ਪਰ ਜਦੋਂ ਇੱਧਰੋਂ ਜਿਹੜੀਆਂ ਨੇ ਦੁਰਘਟਨਾਵਾਂ, ਕਤਲੋਗਾਰਤ, ਰਿਫਿਊਜੀ ਇੱਧਰ ਤੋਂ ਉੱਧਰ ਜਾਣ ਲੱਗੇ ਤਾਂ ਗੁਰਸ਼ਰਨ ਸਿੰਘ ਹੋਰਾਂ ਦੇ ਪਰਿਵਾਰ ਨੂੰ ਵੀ ਹਿਜਰਤ ਕਰਨੀ ਪਈ। ਆਪ ਉਹਨਾਂ ਦੇ ਪਿਤਾ ਜੀ ਜਿਹੜੇ ਨੇ ਉਹ ਬੇਸ਼ੱਕ ਉੱਥੇ ਹੀ ਰਹਿ ਗਏ ਕਿ ਕੋਈ ਗੱਲ ਨਹੀਂ, ਇਹ ਰੌਲਾ ਗੋਲਾ ਹੁੰਦਾ ਹਟ ਜਾਏਗਾ। ਤੁਸੀਂ ਇੱਕ ਆਪਾਂ ਦ੍ਰਿਸ਼ ਨੂੰ ਇਮੈਜਿਨ ਕਰਦੇ ਹਾਂ ਕਿ ਉਹਨਾਂ ਦੇ ਮਾਤਾ ਜੀ ਨਾਲ ਨੇ ਅਤੇ 6 ਬੱਚੇ ਨੇ ਛੋਟੇ, ਜਿਨ੍ਹਾਂ 'ਚੋਂ ਸਭ ਤੋਂ ਛੋਟਾ ਗੁਰਸ਼ਰਨ ਭਾਵੇਂ 18 ਸਾਲ ਦਾ ਹੈ, ਪਰ ਉਹ 6 ਬੱਚੇ ਅਤੇ ਮਾਤਾ ਜੀ ਮੁਲਤਾਨ ਤੋਂ ਤੁਰ ਪੈਂਦੇ ਨੇ। ਅਤੇ ਨੋਰਮਲੀ ਮੁਲਤਾਨ ਤੋਂ ਅੰਮ੍ਰਿਤਸਰ ਦਾ ਜਿਹੜਾ ਪੈਂਡਾ ਹੈ ਉਹ ਕੋਈ 384 ਕਿਲੋਮੀਟਰ ਹੈ, ਜਿਹੜਾ ਸਹਿਜੇ ਹੀ 4-5 ਦਿਨ 'ਚ ਪੈਦਲ ਵੀ ਆਪਾਂ ਤੈਅ ਕਰ ਸਕਦੇ ਹਾਂ। ਪਰ 28 ਅਗਸਤ ਨੂੰ ਉੱਥੋਂ ਚੱਲਿਆ ਇਹਨਾਂ ਦਾ ਕਾਫਲਾ 8 ਸਤੰਬਰ ਨੂੰ ਅੰਮ੍ਰਿਤਸਰ ਪਹੁੰਚਦਾ। 12 ਦਿਨ ਬਾਅਦ ਇਹ 12 ਦਿਨ ਨੇ ਜਿਹੜੇ ਇਹ ਬਹੁਤ ਕਹਿਰ ਦੇ ਦਿਨ। ਤੁਸੀਂ ਵੀ ਸਾਰਾ ਦੇਖਦੇ ਹੋ, ਸੁਣਦੇ ਹੋ, ਪੜ੍ਹਦੇ ਹੋ ਕਿ ਉਸ ਵੰਡ ਨੇ 10 ਲੱਖ ਲੋਕਾਂ ਦੀ ਜਾਨ ਲਈ, ਅਤੇ ਉਹ 10 ਲੱਖ ਜਿਹੜੇ ਨੇ ਥਾਂ ਥਾਂ 'ਤੇ ਅੱਜ ਉਹ ਦ੍ਰਿਸ਼ ਨੂੰ ਦੀ ਕਲਪਨਾ ਕਰਕੇ ਵੀ ਮਨ ਕੰਬ ਜਾਂਦਾ ਹੈ ਕਿ ਥਾਂ ਥਾਂ ਦੇ ਉੱਤੇ ਲਾਸ਼ਾਂ ਵਿਛੀਆਂ ਹੋਣ। ਅੰਮ੍ਰਿਤਾ ਦੇ ਸ਼ਬਦਾਂ ਦੇ ਵਿੱਚ ਅੱਜ ਥਾਂ ਥਾਂ ਲਾਸ਼ਾਂ ਵਿਛੀਆਂ ਅਤੇ ਲਹੂ ਦੀ ਭਰੀ ਚਨਾਬ, ਉਹ ਚਨਾਬ ਨੂੰ ਤਰਿਆ ਹੈ ਗੁਰਸ਼ਰਨ ਸਿੰਘ ਹੋਰਾਂ ਨੇ। ਪਰਿਵਾਰ ਜਦੋਂ ਆਉਂਦਾ ਹੈ, ਦੇਖਦਾ ਹੈ ਤਾਂ ਲਾਜ਼ਮੀ ਤੌਰ 'ਤੇ ਉਹਨਾਂ ਚੀਜ਼ਾਂ ਦਾ ਪ੍ਰਭਾਵ ਆਲੇ ਦੁਆਲੇ ਜੋ ਵਾਪਰ ਰਿਹਾ ਹੈ, ਅਤੇ ਕਿੰਨੇ ਲੋਕ ਜਿਹੜੇ ਨੇ ਘਰੋਂ ਬੇਘਰ ਹੋ ਕੇ ਗੁਰਸ਼ਰਨ ਸਿੰਘ ਹੋਰਾਂ ਦੇ ਪਰਿਵਾਰ ਵਾਂਗੂ ਇੱਧਰ ਉੱਧਰ ਹੁੰਦੇ ਨੇ, ਅਤੇ ਸਭ ਕੁਝ ਉੱਜੜ ਜਾਂਦਾ ਹੈ। ਉਸ ਉਜਾੜੇ ਦਾ ਗੁਰਸ਼ਰਨ ਸਿੰਘ ਕਦੇ ਵੀ ਜਿਹੜਾ ਹੈ ਉਹ ਪ੍ਰਭਾਵ ਆਪਣੇ ਮਨਾਂ 'ਚ, ਉਹ ਜਿਹੜਾ ਛਾਪ ਸੀ, ਇੱਕ ਹੁੰਦਾ ਕਿ ਛਪਿਆ ਹੈ, ਮੈਂ ਛਪਿਆ ਨਾਲ ਉਕਰਿਆ ਕਹੂੰਗਾ ਕਿ ਕਦੇ ਵੀ ਉਹ ਆਪਣੇ ਮਨ 'ਚੋਂ ਭੁਲਾ ਨਹੀਂ ਸਕਿਆ। ਅਤੇ ਇੱਕ ਦ੍ਰਿਸ਼ ਜੋ ਗੁਰਸ਼ਰਨ ਸਿੰਘ ਹੋਰਾਂ ਨੇ ਅੰਮ੍ਰਿਤਸਰ ਦੇ ਵਿੱਚ ਕਟੜਾ ਜੈਮਲ ਸਿੰਘ ਦੇ ਵਿੱਚ ਦੇਖਿਆ, ਉਹ ਉਹਨਾਂ ਨੂੰ ਕਦੇ ਵੀ ਉਹਦੇ ਚੇਤਿਆਂ 'ਚੋਂ ਨਹੀਂ ਭੁੱਲਿਆ। ਉਹਨਾਂ ਨੇ ਬਲਵੀਰ ਪਰਵਾਨਾ ਹੋਰਾਂ ਨੂੰ ਇੱਕ ਇੰਟਰਵਿਊ ਦਿੱਤੀ ਜਿਹੜੀ 31 ਅਕਤੂਬਰ 1999 ਦੇ ਨਵਾਂ ਜ਼ਮਾਨਾ ਦੇ ਵਿੱਚ ਛਪੀ, ਅਤੇ ਉਸ ਘਟਨਾ ਨੂੰ ਗੁਰਸ਼ਰਨ ਸਿੰਘ ਹੋਰਾਂ ਨੇ ਆਪਣੇ ਸ਼ਬਦਾਂ ਦੇ ਵਿੱਚ ਇਸ ਤਰ੍ਹਾਂ ਦੱਸਿਆ ਸੀ। ਮੈਂ ਇੱਧਰੋਂ ਮੁਸਲਮਾਨਾਂ ਦੀਆਂ ਗੱਡੀਆਂ ਵੱਢ ਹੋਈਆਂ ਜਾਂਦੀਆਂ ਵੀ ਵੇਖੀਆਂ, ਅਤੇ ਉੱਧਰੋਂ ਹਿੰਦੂ ਸਿੱਖਾਂ ਦੀਆਂ ਵੱਢ ਹੋਈਆਂ ਗੱਡੀਆਂ ਇੱਧਰ ਪੁੱਜੀਆਂ ਵੀ। ਔਰਤਾਂ ਦੀ ਬੇਪਤੀ, ਬੱਚਿਆਂ ਦੀ ਦਰਦਨਾਕ ਮੌਤ, ਵਹਿਸ਼ਤ ਦਾ ਨੰਗਾ ਨਾਚ ਸੀ ਉਹ। ਪਰ ਫਿਰ ਵੀ ਕੁਝ ਸਨ
ਜੋ ਇਸ ਵੈਸ਼ੀ ਹਨੇਰੀ ਵਿਰੁੱਧ ਸਨ, ਇਸ ਨੂੰ ਠੱਲ ਪਾਉਣ ਦੀ ਕੋਸ਼ਿਸ਼ ਵਿੱਚ। ਮੈਨੂੰ ਯਾਦ ਹੈ ਅੰਮ੍ਰਿਤਸਰ ਦੇ ਹਾਲ ਬਾਜ਼ਾਰ 'ਚ ਕਟੜਾ ਜੈਮਲ ਸਿੰਘ ਚੋਂ ਧੂ ਕੇ ਲਿਆਂਦੀਆਂ ਨੰਗੀਆਂ ਮੁਸਲਮਾਨ ਕੁੜੀਆਂ ਤੇ ਨੌਜਵਾਨ ਔਰਤਾਂ ਦਾ ਜਲੂਸ ਕੱਢਿਆ ਗਿਆ। ਜਲੂਸ ਦੇ ਦੋਵੇਂ ਪਾਸੇ ਜਥੇਦਾਰ ਸਨ ਤੇ ਨਾਲ ਹਥਿਆਰਬੰਦ ਭੀੜ ਤਮਾਸ਼ਬੀਨ ਚਟਕਾਰੀਆਂ ਮਾਰਦੇ। ਉਸੇ ਵੇਲੇ ਮੁਸਾਫਰ ਹੋਰਾਂ ਦੀ ਬੇਟੀ ਰਾਜਿੰਦਰ ਕੌਰ ਨੇ ਆਪਣੀਆਂ ਕੁਝ ਸਾਥਣਾਂ ਨਾਲ ਜਲੂਸ ਅੱਗੇ ਹੋ ਕੇ ਜਥੇਦਾਰਾਂ ਨੂੰ ਇਹ ਬੰਦ ਕਰਨ ਲਈ ਕਿਹਾ, ਪਰ ਅਸੀਂ ਕੁਝ ਵਲੰਟੀਅਰ ਵੀ ਉਹਨਾਂ ਦੇ ਨਾਲ ਸਾਂ। ਜਦੋਂ ਉਹ ਦਲੀਲ ਨਾਲ ਨਾ ਮੰਨੇ ਤਾਂ ਰਾਜਿੰਦਰ ਕਹਿਣ ਲੱਗੀ, ਜੇ ਤੁਸੀਂ 1 ਮਿੰਟ 'ਚ ਇਹਨਾਂ ਦੇ ਕੱਪੜੇ ਨਾ ਪਵਾਏ ਤਾਂ ਅਸੀਂ ਵੀ ਕੱਪੜੇ ਲਾਉਣ ਲੱਗੀਆਂ। ਇਸ ਗੱਲ ਨੇ ਅਸਰ ਕੀਤਾ ਤੇ ਉਹ ਜ਼ਲੀਲ ਦ੍ਰਿਸ਼ ਬੰਦ ਹੋਇਆ। ਇਹ ਬੀਬੀ ਰਜਿੰਦਰ ਕੌਰ ਜਿਨ੍ਹਾਂ ਦਾ ਜ਼ਿਕਰ ਗੁਰਸ਼ਰਨ ਸਿੰਘ ਹੋਰੀ ਕਰਦੇ ਨੇ, ਇਹ ਗਿਆਨੀ ਗੁਰਮੁਖ ਸਿੰਘ ਮੁਸਾਫਰ ਹੋਰਾਂ ਦੀ ਬੇਟੀ ਨੇ। ਤੇ ਗਿਆਨੀ ਗੁਰਮੁਖ ਸਿੰਘ ਮੁਸਾਫਰ ਉਹ ਨੇ ਜਿਨ੍ਹਾਂ ਨੇ ਬਾਗੀ ਦੀ ਧੀ ਵਰਗੀਆਂ ਬਹੁਤ ਕਮਾਲ ਦੀਆਂ ਕਹਾਣੀਆਂ ਲਿਖੀਆਂ ਨੇ। ਉਹਨਾਂ ਨੂੰ ਬੜੇ ਅੱਛੇ ਸਾਹਿਤਕਾਰ ਸੀਗੇ। ਥੋੜ੍ਹੇ ਸਮੇਂ ਲਈ ਪੰਜਾਬ ਦੇ ਮੁੱਖ ਮੰਤਰੀ ਵੀ ਰਹੇ ਉਹ। ਤੇ ਜਿਹੜੀ ਇਹਨਾਂ ਦੀ ਭੈਣ ਜੀ ਨੇ, ਭੈਣ ਜੀ ਮਹਿੰਦਰ ਕੌਰ, ਉਹ ਵੀ ਪਿਛਲੇ ਦਿਨੀ ਸਾਨੂੰ ਸਦੀਵੀ ਵਿਛੋੜਾ ਦੇ ਕੇ ਗਏ ਨੇ। ਇਹਨਾਂ ਲੋਕਾਂ ਨੇ ਉਸ ਸਮੇਂ ਵੀ ਨਾ ਕਿ ਇਕੱਲਾ ਵਿਰੋਧ ਕੀਤਾ, ਸਗੋਂ ਜਿਹੜੇ ਖਾਲਸਾ ਕਾਲਜ ਦੇ ਵਿੱਚ ਕੈਂਪ ਲੱਗੇ ਸੀ ਰਿਫਿਊਜੀਆਂ ਦੇ, ਉਹਦੇ ਵਿੱਚ ਵੀ ਸੇਵਾ ਕੀਤੀ। ਜਿਵੇਂ ਨਹੀਂ ਤੇ ਨਾਰਮਲੀ ਕੀ ਹੁੰਦਾ ਹੈ, ਨਾਰਮਲੀ ਇਹ ਹੁੰਦਾ ਹੈ ਕਿ ਜਿਹੜਾ ਬੰਦਾ ਆਪ ਇੰਨਾ ਉਜਾੜੇ ਤੋਂ ਸਤਿਆ ਹੋਇਆ ਘਰ ਪਹੁੰਚਦਾ ਹੈ, ਉਹ ਘਰੋਂ ਨਹੀਂ ਨਿਕਲਦਾ। ਤੇ ਗੁਰਸ਼ਰਨ ਸਿੰਘ ਹੋਰੀ ਦੱਸਦੇ ਨੇ ਕਿ ਉਹਨਾਂ ਨੇ ਕਿਵੇਂ ਉਸ ਖਾਲਸਾ ਕਾਲਜ ਦੇ ਕੈਂਪ ਦੇ ਵਿੱਚ ਜਾ ਕੇ ਉਹਨਾਂ ਰਿਫਿਊਜੀਆਂ, ਉਹਨਾਂ ਸ਼ਰਨਾਰਥੀਆਂ ਦੀ ਸੇਵਾ ਕੀਤੀ। ਮੇਰੀ ਭੈਣ ਤੇ ਮੈਂ ਖਾਲਸਾ ਕਾਲਜ ਦੇ ਸ਼ਰਨਾਰਥੀ ਕੈਂਪ ਵਿੱਚ ਸਹਾਇਤਾ ਕਰਨ ਲਈ ਜਾਇਆ ਕਰਦੇ ਸੀ ਤੇ ਮੇਰੇ ਕੋਮਲ ਮਨ ਉੱਤੇ ਉਸ ਜੀਵਨ ਦੀ ਡੂੰਘੀ ਛਾਪ ਲੱਗੀ। ਮੈਂ ਮਹਿਸੂਸ ਕੀਤਾ ਕਿ ਮਨੁੱਖ ਨੂੰ ਨਫ਼ਰਤ ਕਰਨਾ ਕਿੰਨਾ ਬੁਰਾ ਹੁੰਦਾ ਹੈ ਤੇ ਇਸ ਨਫ਼ਰਤ ਦਾ ਨਤੀਜਾ ਮੈਂ ਆਪਣੀਆਂ ਅੱਖਾਂ ਨਾਲ ਦੇਖਿਆ। ਮਨੁੱਖੀ ਮੰਦਹਾਲੀ ਨੂੰ ਇਹਨਾਂ ਨੇੜਿਓਂ ਦੇਖ ਕੇ ਮੈਂ ਬਿਲਕੁਲ ਹੀ ਬਦਲ ਗਿਆ। ਤੇ ਇਸ ਘਟਨਾਕ੍ਰਮ ਨੂੰ ਸੁਰਜੀਤ ਹਾਂਸ ਹੋਰਾਂ ਨੇ ਬੜਾ ਖੂਬਸੂਰਤ ਤਰੀਕੇ ਨਾਲ ਆਪਣੀ ਕਵਿਤਾ ਦੇ ਵਿੱਚ ਬਿਆਨ ਕੀਤਾ। ਲੰਬੀ ਕਵਿਤਾ ਹੈ, ਆਪਾਂ ਸ਼ੇਅਰ ਕਰਦੇ ਜਾਵਾਂਗੇ। ਤੇ 2 ਬੰਦ ਜਿਹੜੇ ਗੁਰਸ਼ਰਨ ਸਿੰਘ ਦੇ ਇਸ ਦੌਰ ਨਾਲ ਸੰਬੰਧਿਤ ਨੇ, ਉਹ ਵੀ ਤੁਹਾਡੇ ਨਾਲ ਸ਼ੇਅਰ ਕਰਦਿਆਂ ਚੰਗਾ ਲੱਗੇਗਾ। ਬੱਜ ਲੜੀ ਪ੍ਰੀਤੀ ਸਨ 47 ਡਿੱਠਾ, ਬੱਜ ਲੜੀ ਪ੍ਰੀਤੀ ਸਨ 47 ਡਿੱਠਾ, ਜਦ ਸੁਤੰਤਰਤਾ ਬਣੀ ਕਤਲਾਂ ਦਾ ਚਿੱਠਾ, ਗੱਡੀਆਂ ਵੱਢਦੇ ਵੇਖ ਕੇ ਸੀ ਰੰਜ ਚ ਪਿੱਠਾ, ਕਰਨੀ ਕੌੜੀ ਹੋ ਗਈ ਜਿਉਂ ਹੋਵੇ ਰਿੱਠਾ, ਵੱਡੇ ਦਿਨਾਂ ਨੂੰ ਲੋਚਦਾ ਜੋ ਅਫਸਰ ਮਿੱਠਾ, ਚੱਲ ਰਫੂਜੀ ਆਮਦੇ ਜ਼ੁਲਮਾਂ ਦੇ ਮਾਰੇ, ਖਲਕਤ ਕਾਲਜ ਖਾਲਸੇ ਡੇਰੇ ਸੀ ਡਾਰੇ, ਰੋਗੀ ਬਿਰਦ ਲਾਵਾਰ ਸੇ ਆਯੂ ਦੇ ਹਾਰੇ, ਛੱਡ ਨਮਾਣਾ ਸਾਥ ਸੀ ਜਾਂਦੇ ਰਖਵਾਰੇ, ਸ਼ਰਨ ਆਸ਼ਰਮ ਖੋਲਿਆ ਉਸ ਜਾਈਏ ਵਾਰੇ। ਤੇ ਮੁੜ ਗੁਰਸ਼ਰਨ ਸਿੰਘ ਹੋਰੀ ਆਪਣੇ ਨਾਟਕਾਂ ਦੇ ਵਿੱਚ, ਆਪਣੇ ਲੈਕਚਰਾਂ ਦੇ ਵਿੱਚ, ਆਪਣੀ ਐਕਟੀਵਿਟੀਜ਼ ਦੇ ਵਿੱਚ ਇਸ ਗੱਲ ਦਾ ਤਹਈਆ ਕਰਕੇ ਤੁਰ ਰਹੇ ਲੱਗਦੇ ਹੈ ਕਿ ਜੋ ਮਾਹੌਲ 47 ਦੇ ਵਿੱਚ ਵਾਪਰਿਆ,
ਜੋ ਮਾਹੌਲ ਮੁੜ ਕੇ 84 ਦੇ ਵਿੱਚ ਵਾਪਰਿਆ, ਫਿਰ 90 92 95 97 ਤੱਕ ਵਾਪਰਦਾ ਹੈ, ਇਹ ਮਨੁੱਖਤਾ ਦੇ ਭਲੇ ਹਿੱਤ ਨਹੀਂ ਹੈ। ਤੇ ਇਸ ਸੁਨੇਹੇ ਨੂੰ ਅਸੀਂ ਸਾਹਿਬ ਸਿੰਘ ਦੇ ਸ਼ਬਦਾਂ ਵਿੱਚ ਵੀ ਸੁਣਾਂਗੇ ਕਿ ਗੁਰਸ਼ਰਨ ਭਾਜੀ ਦੇ ਨਾਟਕ ਇਸ ਵਿਸ਼ੇ ਤੇ ਕੀ ਸੰਦੇਸ਼ ਦਿੰਦੇ ਨੇ। ਭਾਜੀ ਗੁਰਸ਼ਰਨ ਸਿੰਘ ਤੇ 47 ਦਾ ਜੇ ਆਪਸੀ ਰਿਸ਼ਤਾ ਅਸੀਂ ਸਮਝਣਾ ਹੋਵੇ ਤੇ ਕਿਉਂਕਿ ਭਾਜੀ 1929 ਚ ਜਨਮ ਲੈਂਦੇ ਆ ਤੇ 18 ਸਾਲ ਦਾ ਇੱਕ ਗੱਭਰੂ ਨੌਜਵਾਨ 1947 ਦੇ ਵਿੱਚ ਕਿਸ ਤਰ੍ਹਾਂ ਉਹ ਸਾਰੀ ਘਟਨਾ ਨੂੰ ਮਹਿਸੂਸ ਕਰਦਾ ਹੋਏਗਾ। ਤੇ ਗੱਭਰੂ ਵੀ ਉਹ ਜਿਹੜਾ ਗੁਰਸ਼ਰਨ ਸਿੰਘ ਹੈ, ਜਿਹੜਾ ਕਿ ਬਹੁਤ ਸੰਵੇਦਨਸ਼ੀਲ ਹੈ, ਤੇ ਉਹ ਸਾਰੀ ਜ਼ਿੰਦਗੀ ਉਸ 47 ਦੇ ਪਰਛਾਵੇਂ ਗੁਰਸ਼ਰਨ ਸਿੰਘ ਦੇ ਨਾਲ ਰਹਿੰਦੇ ਆ। ਪਰ ਗੁਰਸ਼ਰਨ ਭਾਜੀ ਇੱਕ ਸਟੇਟਮੈਂਟ ਅਕਸਰ ਦਿੰਦੇ ਹੁੰਦੇ ਸੀ ਕਿ ਹਿੰਦੁਸਤਾਨ ਪਾਕਿਸਤਾਨ ਦੀ ਜਿਹੜੀ ਵੰਡ ਹੋ ਗਈ ਉਹ ਹੋ ਗਈ, ਉਹਨੂੰ ਮੰਨ ਲੈਣਾ ਚਾਹੀਦਾ। ਇਹ ਮੰਨ ਲੈਣਾ ਚਾਹੀਦਾ ਕਿ ਦੋ ਮੁਲਕ ਬਣ ਗਏ ਨੇ, ਹੁਣ ਮੁਲਕ ਇਕੱਠੇ ਹੋ ਜਾਣੇ ਚਾਹੀਦੇ ਜਾਂ ਸਰਹੱਦਾਂ ਮਿਟ ਜਾਣੀਆਂ ਚਾਹੀਦੀਆਂ। ਇਹ ਸਵਾਲ ਭਾਜੀ ਕਹਿੰਦੇ ਹੁੰਦੇ ਸੀ, ਇਹ ਸਵਾਲ ਨਹੀਂ ਹੈ। ਸਵਾਲ ਤਾਂ ਇਹ ਹੈ ਕਿ ਕੀ ਅਸੀਂ ਇੱਕ ਦੂਸਰੇ ਨੂੰ ਰਿਸਪੈਕਟ ਕਰਦੇ ਹਾਂ, ਇੱਕ ਦੂਸਰੇ ਨੂੰ ਸਪੇਸ ਦਿੰਦੇ ਹਾਂ, ਤੇ ਜਿਹੜੇ ਦੁੱਖ ਨੇ ਉਹਨਾਂ ਦੁੱਖਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਸੋ ਇਸ ਕਰਕੇ ਭਾਜੀ ਗੁਰਸ਼ਰਨ ਸਿੰਘ ਉਹਦੀਆਂ ਸ਼ੈਡੋਜ਼ ਪਕੜਦੇ ਰਹੇ ਆਪਣੇ ਨਾਟਕਾਂ ਦੇ ਵਿੱਚ। ਭਾਵੇਂ ਸੋਹਣ ਸਿੰਘ ਸੀਤਲ ਦਾ ਜਿਹੜਾ ਨਾਵਲ ਸੀ ਤੂਤਾਂ ਵਾਲਾ ਖੂਹ, ਉਹਦੇ 'ਤੇ ਜਦੋਂ ਨਾਟਕ ਤਿਆਰ ਕੀਤਾ ਤੇ ਉਹ 'ਚ ਵੀ 47 ਦੀ ਗੱਲ ਆਉਂਦੀ ਹੈ। ਉਸ ਤੋਂ ਬਾਅਦ ਹੋਰ ਅਨੇਕਾਂ ਨਾਟਕ ਨੇ ਭਾਜੀ ਦੇ। ਇਵੇਂ ਭਾਜੀ ਦਾ ਨਾਟਕ ਹੈ ਬੇਗਮੋ ਦੀ ਧੀ। ਬੇਗਮੋ ਦੀ ਧੀ ਦੇ ਵਿੱਚ ਵੀ ਜਿਹੜਾ ਉਹ ਵਿਲਨ ਦਿਖਾਉਂਦੇ ਨੇ ਪਾਲਾ ਸਿੰਘ, ਤੇ ਉਹ ਕਹਿੰਦੇ ਨੇ ਕਿ ਪਾਲਾ ਸਿੰਘ ਦਾ ਜਿਹੜਾ ਬਾਪ ਹੈ ਉਹ 47 ਦੇ ਵਿੱਚ ਇਸ ਤਰ੍ਹਾਂ ਕੁੜੀਆਂ ਉਧਾੜਦਾ ਸੀ, ਉਧਾੜ ਕੇ ਉਹਨਾਂ ਦਾ ਖੇ ਖਰਾਬੀ ਕਰਦਾ ਸੀ, ਫਿਰ ਵੇਚ ਦਿੰਦਾ ਸੀ। ਸੋ ਉਹ 47 ਦੇ ਵਿੱਚੋਂ ਜਿਹੜੀ ਉਹ ਏਡੀ ਭਿਆਨਕ ਘਟਨਾ ਵਾਪਰੀ, ਉਸ ਘਟਨਾ ਦੀਆਂ ਕੰਪਲੀਕੇਸ਼ਨਸ ਕੀ ਨੇ, ਉਸ ਘਟਨਾ ਦੇ ਪ੍ਰਭਾਵ ਫਿਊਚਰ ਤੇ ਕੀ ਪੈ ਰਹੇ ਨੇ, ਜ਼ਿਆਦਾ ਕਰਕੇ ਉਹਨਾਂ ਨੂੰ ਪਕੜਦੇ ਸੀ। ਮਤਲਬ ਜਿਵੇਂ ਇੱਕ ਤੁਹਾਡੀ ਇੱਕ ਗਲਤ ਕਿਸਮ ਦੀ ਇੱਕ ਟ੍ਰੈਡੀਸ਼ਨ ਹੁੰਦੀ ਹੈ, ਉਸ ਟ੍ਰੈਡੀਸ਼ਨ ਦੇ ਵਿੱਚੋਂ ਕੀ ਪੈਦਾ ਹੁੰਦਾ, ਗੁਰਸ਼ਰਨ ਸਿੰਘ ਉਹਨੂੰ ਪਕੜਦੇ ਸੀ। ਭਾਈ ਦਾ ਇੱਕ ਬੜਾ ਪ੍ਰਸਿੱਧ ਨਾਟਕ ਸੀ ਮੁਨਸ਼ੀ ਖਾਨ। ਹੁਣ ਮੁਨਸ਼ੀ ਖਾਨ ਨਾਟਕ ਦੀ ਕਹਾਣੀ ਇਹ ਹੈ ਕਿ 47 ਦੇ ਵਿੱਚ ਉਹ ਬੰਦਾ ਮੁਨਸ਼ੀ ਖਾਨ ਜਿਹੜਾ ਉਹ ਪਾਕਿਸਤਾਨ ਨਹੀਂ ਜਾਣਾ ਚਾਹੁੰਦਾ, ਉਹ ਹਿੰਦੁਸਤਾਨ 'ਚ ਰਹਿਣਾ ਚਾਹੁੰਦਾ, ਲੇਕਿਨ ਇੱਥੇ ਉਹਨੂੰ ਰਹਿਣ ਨਹੀਂ ਦਿੱਤਾ ਜਾ ਰਿਹਾ, ਤੇ ਉਹ ਸੱਜਣ ਸਿੰਘ ਬਣ ਕੇ ਇੱਥੇ ਰਹਿਣ ਲੱਗ ਪੈਂਦਾ। ਲੇਕਿਨ ਜਦੋਂ ਉਹਨੂੰ ਲੱਗਦਾ ਕਿ ਮੇਰੀ ਡੈਥ ਨੇੜੇ ਆ ਰਹੀ ਹੈ ਤਾਂ ਉਹ ਇੱਕ ਖਾਹਿਸ਼ ਰੱਖਦਾ ਕਿ ਮੈਂ ਜਦੋਂ ਮਰਾਂ ਤੇ ਮੈਨੂੰ ਦਫਨਾਇਆ ਜਾਵੇ, ਮੈਨੂੰ ਫੂਕਿਆ ਨਾ ਜਾਵੇ। ਉਹ ਨਾਟਕ ਭਾਜੀ ਕਿਸ ਦੌਰ 'ਚ ਲਿਖਦੇ ਨੇ? ਉਦੋਂ ਲਿਖਦੇ ਨੇ ਜਦੋਂ ਪੰਜਾਬ ਦੇ ਵਿੱਚ ਕੋਡ ਜਾਰੀ ਹੋ ਰਹੇ ਸੀ ਕਿ ਤੁਸੀਂ ਇਸ ਤਰ੍ਹਾਂ ਜੀਓ, ਇਹ ਕੱਪੜੇ ਪਾਓ, ਇਹ ਨਾ ਪਾਓ, ਇਸ ਤਰ੍ਹਾਂ ਕਰੋ, ਇਸ ਤਰ੍ਹਾਂ ਨਾ ਕਰੋ। ਸੋ 47 ਦਾ ਜਿਹੜਾ ਲੈਸਨ ਹੈ, ਜਿਹੜਾ 47 ਤੋਂ ਸਬਕ ਸਾਨੂੰ ਮਿਲਣਾ ਚਾਹੀਦਾ, ਉਸ ਸਬਕ ਨੂੰ ਭਾਜੀ ਤਾਂ ਉਮਰ ਕਹਿਣ ਦਾ ਮਤਲਬ ਕਿ ਨਾਲ ਲੈ ਕੇ ਚੱਲਦੇ ਰਹੇ ਔਰ ਆਪਣੇ ਪਾਠਕ ਨੂੰ, ਆਪਣੇ ਦਰਸ਼ਕ ਨੂੰ ਉਹ ਦਿਖਾਉਣਾ ਚਾਹੁੰਦੇ ਸੀ ਕਿ ਅੱਜ ਵੀ ਜੇ ਕੋਡ ਜਾਰੀ ਹੋ ਰਿਹਾ ਤਾਂ 47 ਵਿੱਚ ਇਸ ਤਰ੍ਹਾਂ ਦਾ ਕੁਝ ਹੋਇਆ ਸੀ, ਕੀ ਅਸੀਂ ਉਸ ਤੋਂ ਸਬਕ ਸਿੱਖਿਆ? ਜੇ ਨਹੀਂ ਸਿੱਖਿਆ ਤਾਂ ਅੱਜ ਫਿਰ 47 ਨੂੰ ਇੱਕ ਰੈਫਰੈਂਸ ਪੁਆਇੰਟ ਦੇ ਤੌਰ ਤੇ ਲੈ ਕੇ ਸਾਨੂੰ ਫਿਰ ਸਬਕ ਸਿੱਖਣ ਦੀ ਲੋੜ ਹੈ। ਤੇ ਭਾਜੀ ਉਸ ਨਾਟਕ ਦੇ ਵਿੱਚ ਕੈਰੈਕਟਰ ਵੀ ਕਰਦੇ ਹੁੰਦੇ ਸੀ ਸੂਬੇਦਾਰ ਦਾ, ਔਰ ਬੜੀ ਜ਼ੋਰਦਾਰ ਆਵਾਜ਼ 'ਚ ਬੜੇ ਭਾਵੁਕ ਹੋ ਕੇ ਭਾਜੀ ਕਹਿੰਦੇ ਹੁੰਦੇ ਸੀ ਕਿ ਕਿਸੇ ਦਾ ਕੋਈ ਇਹ ਹੱਕ ਨਹੀਂ ਹੈ ਕਿ ਕੋਈ ਕਿਸੇ ਨੂੰ ਇਹ ਕਵੇ ਕਿ ਤੈਨੂੰ ਇਸ ਤਰ੍ਹਾਂ ਜੀਣਾ ਚਾਹੀਦਾ ਤੇ ਇਸ ਤਰ੍ਹਾਂ ਨਹੀਂ ਜੀਣਾ ਚਾਹੀਦਾ। ਮੈਨੂੰ ਯਾਦ ਹੈ ਜਦੋਂ ਨਾਟਕ ਪਹਿਲੀ ਵਾਰੀ ਹੋਇਆ ਤੇ ਮੈਂ ਉਸ ਟੀਮ ਦਾ ਹਿੱਸਾ ਸੀ, ਜਦੋਂ ਅਸੀਂ ਖੇਡਿਆ, ਉਹ ਦੌਰ ਬੜਾ ਖਤਰਨਾਕ ਦੌਰ ਸੀ ਪੰਜਾਬ ਦੇ ਵਿੱਚ, ਕਾਲਾ ਦੌਰ ਸੀਗਾ। ਉਸ ਵੇਲੇ ਪਾਬੰਦੀਆਂ ਬਹੁਤ ਲੱਗਦੀਆਂ ਸੀ, ਸਟੇਟ ਵੱਲੋਂ ਵੀ ਦਹਿਸ਼ਤ ਸੀ, ਅੱਤਵਾਦੀਆਂ ਵੱਲੋਂ ਵੀ ਦਹਿਸ਼ਤ ਸੀ। ਤੇ ਉਹ ਨਾਟਕ ਜਦੋਂ ਅਸੀਂ ਪਿੰਡਾਂ 'ਚ ਕਰਨ ਜਾਂਦੇ ਹੁੰਦੇ ਸੀ, ਮੈਨੂੰ ਯਾਦ ਹੈ ਹੁਣ ਵੀ ਕਿ ਰਾਤ ਦੇ ਸਮੇਂ ਜਦੋਂ ਕਦੇ ਅਸੀਂ ਟਿਕੀ ਰਾਤ ਦੇ ਵਿੱਚ ਪਿੰਡ ਦੇ ਵਿੱਚ ਮੁਨਸ਼ੀ ਖਾਨ ਦਾ ਨਾਟਕ ਕਰ ਰਹੇ ਹੁੰਦੇ ਸੀ ਔਰ ਭਾਜੀ ਦੀ ਉਹ ਸੂਬੇਦਾਰ ਦੀ ਆਵਾਜ਼ ਜਦੋਂ ਰਾਤ ਦੀ ਫਿਜ਼ਾ 'ਚ ਗੂੰਜਦੀ ਹੁੰਦੀ ਸੀ ਤਾਂ ਉਹ ਇੱਕ ਐਸਾ ਮਾਹੌਲ ਇੱਕ ਵੱਜਦਾ ਸੀ, ਲੋਕੀ ਬਿਲਕੁਲ ਅੱਖਾਂ ਤਾੜ ਕੇ ਦੇਖਦੇ ਹੁੰਦੇ ਸੀ ਕਿ ਇਹ ਬਾਬਾ ਇਹ ਜਿਹੜੀ ਗੱਲ ਕਹਿ ਰਿਹਾ ਇਹ ਸੱਚੀ ਮੁੱਚੀ ਸਹੀ ਗੱਲ ਕਹਿ ਰਿਹਾ। ਸੋ ਉਹ ਭਾਜੀ ਦੀ ਤਾਕਤ ਸੀ ਕਿ ਕਿਸੇ ਘਟਨਾ 'ਚੋਂ, ਚਾਹੇ ਉਹ ਦੁਰਘਟਨਾ ਹੈ ਚਾਹੇ ਉਹ ਸੁਖਦ ਘਟਨਾ ਹੈ, ਉਹਦੇ ਵਿੱਚੋਂ ਕਿਹੜਾ ਐਂਗਲ ਪਕੜਨਾ ਹੈ ਤੇ ਕਿਹੜੇ ਕੋਣ ਤੇ ਖੜੇ ਹੋ ਕੇ ਗੱਲ ਕਰਨਾ, ਇਹ ਭਾਜੀ ਦੀ ਸਾਰੀ ਜ਼ਿੰਦਗੀ ਖਾਸੀਅਤ ਰਹੀ ਹੈ। ਤੇ 47 ਦੇ ਬਾਰੇ ਵੀ ਭਾਜੀ ਦੀ ਇਹੀ ਖਾਸੀਅਤ ਰਹੀ ਹੈ, ਕਿਉਂਕਿ ਭਾਜੀ ਨੇ ਕਿਹਾ ਹੈ ਕਿਤੇ ਕਿ 47 ਵਿੱਚ ਮੈਂ ਜੋ ਕੁਝ ਦੇਖਿਆ ਉਸ ਤੋਂ ਬਾਅਦ ਮੈਂ ਜ਼ਿੰਦਗੀ ਭਰ ਕਦੀ ਵੀ ਖੁੱਲ੍ਹ ਕੇ ਹੱਸ ਨਹੀਂ ਸਕਿਆ। ਸੋ ਉਹ ਰੋਣਾ, ਉਹ ਸੰਤਾਪ, ਉਹ ਦਰਦ ਭਾਜੀ ਦੇ ਅੰਦਰ ਸੀ, ਪਰ ਭਾਜੀ ਨੇ ਉਹਨੂੰ ਨਾਟਕਾਂ ਵਿੱਚ ਕਿਵੇਂ ਰੂਪਾਂਤਰਿਤ ਕੀਤਾ, ਇਹ ਖੂਬਸੂਰਤ ਗੱਲ ਸੀ। ਸੋ ਗੁਰਸ਼ਰਨ ਸਿੰਘ ਹੋਰਾਂ ਦੀ ਜੀਵਨ ਦੇ ਬਹੁਤ ਸਾਰੇ ਐਸੇ ਅਣਫੋਲੇ ਵਰਕੇ ਨੇ ਜਿਹੜੇ ਅਸੀਂ ਅਕਸਰ ਨਹੀਂ ਉਹਨਾਂ ਦੇ ਅੰਦਰ ਜਾਂਦੇ। ਆਓ ਉਹਨਾਂ ਨੂੰ ਧੁਰ ਅੰਦਰੋਂ ਜਾਣਨ ਲਈ ਕੋਸ਼ਿਸ਼ਾਂ ਕਰੀਏ, ਕਿਉਂਕਿ ਇੱਕ ਯੂਨੀਵਰਸਿਟੀ ਹੈ ਗੁਰਸ਼ਰਨ ਸਿੰਘ।
ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਤੇ ਜੇ ਅੱਗੇ ਤੁਰਨਾ ਹੈ, ਮਨੁੱਖਤਾ ਦਾ ਕੋਈ ਭਲਾ ਕਰਨਾ ਹੈ, ਤਾਂ ਆਪਾਂ ਗੁਰਸ਼ਰਨ ਸਿੰਘ ਹੋਰਾਂ ਨੂੰ ਜਾਣਨ ਦੀ ਇਹ ਪ੍ਰਕਿਰਿਆ ਨੂੰ ਜਾਰੀ ਰੱਖਾਂਗੇ।